फ्रेंड्स, बहुत बार ਤੁਸੀਂ ਦੇਖਿਆ ਹੋਵੇਗਾ ਜਾਂ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਤੁਸੀਂ ਬਹੁਤ ਥਕਾਨ ਮਹਿਸੂਸ ਕਰਦੇ ਹੋ। ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਸਰਦੀ ਲੱਗਦੀ ਹੈ, ਤੁਹਾਡਾ ਅਨਐਕਸਪਲੇਨਡ weight gain ਹੋ ਰਿਹਾ ਹੈ, ਤੁਹਾਨੂੰ ਚਿਲਸ ਹੁੰਦੀਆਂ ਹੈ, ਤੁਹਾਡੀ ਪੈਲਪੀਟੇਸ਼ਨ ਹੁੰਦੀ ਹੈ। ਕਈ ਵਾਰ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਤੁਹਾਡਾ ਹਾਰਟ ਰੇਟ ਬਹੁਤ ਵੱਧ ਰਿਹਾ ਹੈ, ਕਦੇ ਲੱਗਦਾ ਹੈ ਕਿ ਦਿਲ ਦੀ ਧੜਕਨ ਸਲੋ ਹੋ ਗਈ ਹੈ। ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੇਕਿਨ ਤੁਹਾਡਾ weight ਕਮ ਨਹੀਂ ਹੋ ਰਿਹਾ, ਤੁਹਾਡੇ ਕੋਲੇਸਟ੍ਰੋਲ ਲੈਵਲ ਸਾਰੇ ਪਰਹੇਜ਼ ਦੇ ਬਾਵਜੂਦ ਵੱਧ ਰਹੇ ਹਨ। ਜੇ ਤੁਹਾਨੂੰ ਇਹ ਸਾਰੇ ਸਿੰਪਟਮਸ ਹੈਗੇ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਥਾਇਰੋਇਡ ਹੋਵੇ। ਹਾਈਪੋਥਾਇਰੋਇਡ ਇੱਕ ਐਸੀ ਪ੍ਰੋਬਲਮ ਹੈ ਜਿਹਦੇ ਵਿੱਚ ਜਿਹੜਾ ਤੁਹਾਡਾ ਥਾਇਰੋਇਡ ਗਲੈਂਡ ਹੈ ਉਹ ਸਹੀ ਮਾਤਰਾ ਦੇ ਵਿੱਚ ਥਾਇਰੋਇਡ ਹਾਰਮੋਨਸ ਨਹੀਂ ਬਣਾ ਰਿਹਾ। ਅੱਜ ਦੀ ਹੈਲਥ ਟਿਪ ਦੇ ਵਿੱਚ ਮੈਂ ਡਾਈਟੀਸ਼ੀਅਨ ਪੱਲਵੀ ਜੱਸਲ ਤੁਹਾਡੇ ਨਾਲ ਗੱਲ ਕਰਨ ਵਾਲੀ ਹਾਂ ਥਾਇਰੋਇਡ ਡਾਈਟ ਦੇ ਬਾਰੇ। ਥਾਇਰੋਇਡ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ ਜਿਹੜੀ ਕਿ ਆਪਾਂ ਆਮ ਤੌਰ ਤੇ ਜਿਹਨੂੰ ਥਾਇਰੋਇਡ ਦੀ ਪ੍ਰੋਬਲਮ ਕਹਿੰਦੇ ਆ ਉਹਦੇ ਦੋ ਹਿੱਸੇ ਹੁੰਦੇ ਆ। ਇੱਕ ਹੁੰਦਾ ਹੈ ਹਾਈਪੋਥਾਇਰੋਇਡਿਜ਼ਮ, ਯਾਨੀ ਕਿ ਥਾਇਰੋਇਡ ਘੱਟ ਕੰਮ ਕਰ ਰਿਹਾ ਹੈ ਜਿਹੜਾ ਕਿ ਵਜ਼ਨ ਵਧਣ ਵਾਲਾ ਥਾਇਰੋਇਡ ਹੁੰਦਾ ਹੈ। ਇੱਕ ਹੁੰਦਾ ਹੈ ਹਾਈਪਰਥਾਇਰੋਇਡਿਜ਼ਮ, ਯਾਨੀ ਕਿ ਜਿਹੜਾ ਮੈਟਾਬੋਲਿਜ਼ਮ ਤੁਹਾਡਾ ਬਹੁਤ ਫਾਸਟ ਹੋ ਗਿਆ ਹੈ ਜਿਹਦੇ ਨਾਲ ਕਿ ਤੁਹਾਡਾ ਵਜ਼ਨ ਗਿਰਦਾ ਹੈ। ਲੇਕਿਨ ਅੱਜ ਆਪਾਂ ਗੱਲ ਕਰਾਂਗੇ ਹਾਈਪੋਥਾਇਰੋਇਡਿਜ਼ਮ ਜਿਹੜਾ ਕਿ weight ਵਧਣ ਵਾਲਾ ਥਾਇਰੋਇਡ ਹੁੰਦਾ ਹੈ। ਸੋ ਥਾਇਰੋਇਡ ਡਾਈਟ ਜਿਹੜੀ ਹੈ ਉਹ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਉਂਕਿ ਸਿਰਫ ਤੁਹਾਡੀ ਡਾਈਟ ਹੀ ਤੁਹਾਡੇ ਥਾਇਰੋਇਡ ਹਾਰਮੋਨ ਨੂੰ ਸਿਕ੍ਰੀਸ਼ਨ ਜਿਹੜੀ ਹੈ ਉਹ ਨਹੀਂ ਠੀਕ ਕਰ ਸਕਦੀ, ਲੇਕਿਨ ਉਹਦੇ ਲਈ ਤੁਹਾਨੂੰ ਡਾਈਟ ਔਰ ਮੈਡੀਕੇਸ਼ਨ ਦੋਨਾਂ ਦਾ ਸਹਾਰਾ ਲੈਣਾ ਪਏਗਾ। ਜਦੋਂ ਤੁਹਾਨੂੰ ਇਹ ਅਸਰਟਨ ਹੋ ਜਾਂਦਾ ਹੈ ਕਿ ਹਾਂ ਤੁਹਾਨੂੰ ਹਾਈਪੋਥਾਇਰੋਇਡਿਜ਼ਮ ਦੀ ਪ੍ਰੋਬਲਮ ਹੈ, ਤੁਹਾਡੀ ਹਾਰਮੋਨਲ ਰਿਪਲੇਸਮੈਂਟ ਥੈਰੇਪੀ ਯਾਨੀ ਕਿ ਥਾਇਰੋਕਸਿਨ ਦੀ ਦਵਾਈ ਸ਼ੁਰੂ ਹੋ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡੀ ਡਾਈਟ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਲੈਣੀਆਂ ਹੈਗੀਆਂ। ਕੋਈ ਵੀ ਸੋਇਆ ਪ੍ਰੋਡਕਟ ਹੈ ਜਿਹਦੇ ਵਿੱਚ ਕੁਝ ਐਸੇ ਕੰਪਾਊਂਡਸ ਹੁੰਦੇ ਹੈ ਜਿਹੜੇ ਇੰਜ਼ਾਈਮਸ ਥਾਇਰੋਇਡ ਜਿਹੜੇ ਹਾਰਮੋਨਸ ਬਣਾਉਂਦੇ ਹੈ ਉਹਨਾਂ ਦੀ ਐਫੀਕੇਸੀ ਨੂੰ ਇਹ ਘੱਟ ਕਰਦੇ ਹੈ। ਸੋ ਸੋਇਆ ਪ੍ਰੋਡਕਟਸ ਤੁਹਾਡੇ ਵਾਸਤੇ ਨਹੀਂ ਬਣੇ। ਸੋਇਆਬੀਨ ਦੀ ਦਾਲ, ਸੋਇਆਬੀਨ ਦੀਆਂ ਵੜੀਆਂ ਐਂਡ ਟੋਫੂ, ਇਟ ਇਜ਼ ਅ ਬਿਗ ਨੋ ਫॉर ਯੂ। ਕ੍ਰੂਸੀਫੇਰਸ ਵੈਜੀਟੇਬਲਸ ਜਿਵੇਂ ਕਿ ਬ੍ਰੋਕਲੀ ਹੁੰਦੀ ਹੈ, ਕੈਬੇਜ ਹੁੰਦੀ ਹੈ, ਕਾਲੀਫਲਾਵਰ ਹੁੰਦੀ ਹੈ, ਇਹ ਤੁਸੀਂ ਨਹੀਂ ਸ਼ਾਮਿਲ ਕਰਨੀ ਆਪਣੀ ਡਾਈਟ ਵਿੱਚ। ਸਪਿਨਚ ਯਾਨੀ ਕਿ ਪਾਲਕ ਵੀ ਤੁਹਾਡੇ ਵਾਸਤੇ ਹਾਨੀਕਾਰਕ ਹੋ ਸਕਦੀ ਹੈ। ਸੋ ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਪੀਨਟਸ ਖਾਂਦੇ ਹੋ ਯਾਨੀ ਕਿ ਮੂੰਗਫਲੀ ਖਾਂਦੇ ਹੋ, ਉਹਦੇ ਨਾਲ ਨਾ ਸਿਰਫ ਤੁਹਾਡਾ ਕੋਲੇਸਟ੍ਰੋਲ ਵੱਧਦਾ ਹੈ ਲੇਕਿਨ ਉਹਦੇ ਨਾਲ ਤੁਹਾਡਾ ਜਿਹੜਾ ਥਾਇਰੋਇਡ ਹਾਰਮੋਨ ਵੀ ਹੈ ਉਹ ਵੀ ਅਫੈਕਟ ਹੁੰਦਾ ਹੈ। ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਪੀਨਟਸ ਨਾ ਲਓ। ਹੁਣ ਬਹੁਤ ਸਾਰੀਆਂ ਗਰਲਸ ਮੇਰੇ ਕੋਲ ਆਉਂਦੀਆਂ ਪਾਰਟਿਕੂਲਰਲੀ ਜਿਨ੍ਹਾਂ ਨੂੰ weight loss ਨਹੀਂ ਹੋ ਰਿਹਾ, ਉਹ ਮੈਨੂੰ ਇਹ ਕਹਿੰਦੀਆਂ ਕਿ ਅਸੀਂ ਤਾਂ ਦਵਾਈ ਪੂਰੀ ਲੈ ਰਹੇ ਹਾਂ ਲੇਕਿਨ ਸਾਡੀ ਦਵਾਈ ਅਸਰ ਨਹੀਂ ਕਰ ਰਹੀ, TSH ਲੈਵਲ ਸਾਡਾ ਕੰਟਰੋਲ ਵਿੱਚ ਨਹੀਂ ਆ ਰਿਹਾ। ਤਾਂ ਮੈਂ ਉਹਨਾਂ ਨੂੰ ਕੁਝ ਸਵਾਲ ਪੁੱਛਦੀ ਹਾਂ ਜਿਹੜੇ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਕੀ ਤੁਸੀਂ ਆਇਰਨ ਔਰ ਕੈਲਸ਼ੀਅਮ ਸਪਲੀਮੈਂਟਸ ਲੈ ਰਹੇ ਹੋ ਔਰ ਉਹ ਕਿਹੜੇ ਸਮੇਂ ਤੇ ਲੈ ਰਹੇ ਹੋ। ਕਈ ਵਾਰੀ ਜ਼ਰੂਰਤ ਤੋਂ ਜ਼ਿਆਦਾ ਆਇਰਨ ਜਾਂ ਕੈਲਸ਼ੀਅਮ ਦੇ ਸਪਲੀਮੈਂਟਸ ਔਰ ਸਹੀ ਸਮੇਂ ਤੇ ਨਾ ਲਿੱਤੇ ਗਏ ਆਇਰਨ ਔਰ ਕੈਲਸ਼ੀਅਮ ਸਪਲੀਮੈਂਟਸ ਤੁਹਾਡੀ ਜਿਹੜੀ ਐਫੀਕੇਸੀ ਹੈ ਮੈਡੀਸਿਨ ਦੀ ਉਹਨੂੰ ਘੱਟ ਕਰ ਸਕਦੇ ਹਨ। ਸੋ ਤੁਸੀਂ ਆਇਰਨ ਔਰ ਕੈਲਸ਼ੀਅਮ ਸਪਲੀਮੈਂਟਸ ਜੇ ਲੈ ਰਹੇ ਹੋ ਤਾਂ ਉਹਨਾਂ ਦੀ ਜਿਹੜੀ ਟਾਈਮਿੰਗਸ ਹੈ ਉਹ ਤੁਸੀਂ ਆਪਣੇ ਡਾਕਟਰ ਤੋਂ ਜ਼ਰੂਰ ਐਸਰਟਨ ਕਰਾਓ। ਸੋ ਇਹ ਬਹੁਤ ਛੋਟੀਆਂ ਚੀਜ਼ਾਂ ਹੈਗੀਆਂ ਲੇਕਿਨ ਇਹ ਬਹੁਤ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਹੁਣ ਕਿਹੜੀਆਂ ਚੀਜ਼ਾਂ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਨੀਆਂ ਹੈ ਜਿਹੜੀਆਂ ਕਿ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੋ ਸਕਦੀਆਂ। ਥਾਇਰੋਇਡ ਦੀ ਪ੍ਰੋਬਲਮ ਦੀ ਵਜ੍ਹਾ ਦੇ ਨਾਲ ਤੁਹਾਡੇ weight gain ਹੁੰਦਾ ਰਹਿੰਦਾ ਹੈ, ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਲੋ ਗਲਾਈਸੈਮਿਕ ਇੰਡੈਕਸ ਫੂਡਸ ਜਿਹੜੇ ਹੈ ਉਹ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ, ਜਿਵੇਂ ਕਿ ਜਿਹੜੇ ਆਟੇ ਜਿਨ੍ਹਾਂ ਦੇ ਵਿੱਚ ਫਾਈਬਰ ਮਿਕਸਡ ਹੁੰਦਾ ਹੈ, ਚਾਹੇ ਉਹ ਵੀਟ ਬ੍ਰੈਨ ਹੋਵੇ, ਓਟ ਬ੍ਰੈਨ ਹੋਵੇ, ਤੁਸੀਂ ਗਲੂਟਨ ਫ੍ਰੀ ਫੂਡਸ ਖਾਣ ਦੀ ਕੋਸ਼ਿਸ਼ ਕਰੋ, ਯਾਨੀ ਕਿ ਆਟੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਕੋਈ ਵੀ ਆਟਾ ਜਿਹੜਾ ਕਿ ਸਟ੍ਰੈਚ ਹੁੰਦਾ ਹੈ ਉਹ ਤੁਹਾਡੇ ਵਾਸਤੇ ਅੱਛਾ ਨਹੀਂ ਹੈ। ਮੈਦੇ ਨੂੰ ਸਟ੍ਰੈਚ ਕਰੋ, ਬਹੁਤ ਜ਼ਿਆਦਾ ਸਟ੍ਰੈਚ ਹੁੰਦਾ ਹੈ। ਮੱਕੀ ਦੇ ਆਟੇ ਨੂੰ ਜੇ ਤੁਸੀਂ ਉਹਦਾ ਡੋ ਬਣਾਇਆ ਹੈ, ਯੂ ਕਾਂਟ ਸਟ੍ਰੈਚ ਇਟ, ਦੈਟ ਮੀਨਸ ਦੈਟ ਇਜ਼ ਗਲੂਟਨ ਫ੍ਰੀ। ਤੁਸੀਂ ਕਿਨੂਆ ਲੈ ਸਕਦੇ ਹੋ, ਕੁੱਟੂ ਦਾ ਆਟਾ ਜਾਂ ਬਕਵੀਟ ਲੈ ਸਕਦੇ ਹੋ, ਰਾਈਸ ਲੈ ਸਕਦੇ ਹੋ, ਬੇਸਨ ਲੈ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਰੋਟੀ ਵੀਟ ਦੀ ਖਾਣੀ ਹੈ। ਸੋ ਦੇਰ ਆਰ ਨੰਬਰ ਆਫ ਆਪਸ਼ਨਸ ਅਵੇਲੇਬਲ ਵਿਦ ਯੂ। ਇਸ ਤੋਂ ਇਲਾਵਾ ਜਿਹੜੀਆਂ ਬੈਰੀਜ਼ ਹੁੰਦੀਆਂ ਜਿਨ੍ਹਾਂ ਵਿੱਚ ਵਿਟਾਮਿਨ C ਹੁੰਦਾ ਹੈ ਉਹ ਤੁਹਾਡੇ ਵਾਸਤੇ ਅੱਛੀਆਂ ਹੈ। ਐਗਸ ਹੈ, ਜੇ ਤੁਹਾਡੀ ਬੋਡੀ ਦੇ ਵਿੱਚ ਸਿਲੇਨੀਅਮ ਦੀ ਮਾਤਰਾ ਅੱਛੀ
ਕੁਆਂਟੀਟੀ ਵਿੱਚ ਹੈ ਉਹ ਵੀ ਤੁਹਾਨੂੰ ਹੈਲਪਫੁਲ ਹੁੰਦਾ ਹੈ। ਸੋ ਇਹਨੂੰ ਵਧਾਉਣ ਵਾਸਤੇ ਤੁਸੀਂ ਸੀਡਸ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ, ਨਟਸ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ, ਔਰ ਆਪਣੀ ਸਿਲੇਨੀਅਮ ਔਰ ਜ਼ਿੰਕ ਲੈਵਲਸ ਜੇ ਤੁਸੀਂ ਚੈੱਕ ਕਰਵਾਓ, ਜੇ ਇਹਨਾਂ ਦੇ ਵਿੱਚ ਕਮੀ ਹੈ ਤਾਂ ਵੀ ਤੁਹਾਨੂੰ ਦਵਾਈ ਜ਼ਿਆਦਾ ਸਹੀ ਢੰਗ ਨਾਲ ਅਸਰ ਨਹੀਂ ਕਰਦੀ ਔਰ ਤੁਹਾਡਾ weight gain ਜਿਹੜਾ ਹੈ ਉਹ ਨਹੀਂ ਰੁਕਦਾ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਫੋਲੋ ਕਰਨੀਆਂ ਹੈ। ਤੁਸੀਂ ਕੈਲਸ਼ੀਅਮ ਸਪਲੀਮੈਂਟਸ ਤੇ ਜ਼ਰੂਰ ਧਿਆਨ ਦੇਣਾ ਹੈ, ਵਿਟਾਮਿਨ ਡੀ ਤੇ ਤੁਸੀਂ ਧਿਆਨ ਦੇਣਾ ਹੈ, ਬਿਕੋਜ਼ ਥਾਇਰੋਇਡ ਪੇਸ਼ੈਂਟਸ ਵਿੱਚ ਇਹ ਦੇਖਿਆ ਗਿਆ ਹੈ ਕਿ ਕੈਲਸ਼ੀਅਮ ਔਰ ਵਿਟਾਮਿਨ ਡੀ ਦੀ ਕਮੀ ਵੀ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ, ਐਕਸਰਸਾਈਜ਼ ਕਰੋ, ਆਪਣੇ ਡਾਕਟਰ ਦੇ ਸੰਪਰਕ ਵਿੱਚ ਰਹੋ ਔਰ ਇਹਨਾਂ ਸਾਰੀਆਂ ਡਾਈਟਰੀ ਮੋਡੀਫਿਕੇਸ਼ਨਸ ਨੂੰ ਅਪਣਾ ਕੇ ਤੁਸੀਂ ਥਾਇਰੋਇਡ ਦੇ ਨਾਲ ਇੱਕ ਨਾਰਮਲ ਲਾਈਫ, ਹੈਪੀ ਲਾਈਫ, ਹੈਲਦੀ ਲਾਈਫ ਬਿਤਾ ਸਕਦੇ ਹੋ। So friends, this is dietitian Pallavi Jassal now saying bye, and till we meet again, stay blessed and live life more.